श्री वाहिगुरु। सतनाम श्री वाहिगुरु। हों गोसाई दा पहलवानड़ा, मैं गुर मिल उच दुमालड़ा। सब होई छिंज इकट्ठिया, दे बैठा बिखै आप जियो। बात बजन टमक पेरिया, मल थे लैंदे फेरिया। निहत्ते पंज जवान में, गुर थापी दिती कंड दियो। सब इकट्ठे हुए आया, घर जासन बाट बटाया। गुरमुख लाह लै गए, मन मुख चले मूल गवाए जियो। तू बरना चिहना बहरा, हर दिसै हाजिर जहरा। सुन सुन तुझै त्याए दे, तेरे भगत रते गुणतास जियो। मैं जुग जुग दै सेवड़ी, गुर कट्टी मैंडी जेवड़ी। हों बहुड़ छिंज न नचूं, नानक अवसर लद्दा पाल जियो। वाहिगुरु जी का खालसा, वाहिगुरु जी की फतेह। दीन दुनिया दे मालक साहब श्री गुरु ग्रंथ साहिब महाराज जी दे चरण शरण में जुड़ बैठी गुरु की प्यारी साध संगत, सतगुरां ने अपार कृपा की है, जो अपने दरगाही रब्बी वचन विचारन वास्ते सुभाग समा बख्शिश किया है। सतगुरां दी ये विशेषता है कि सारी मनुखता नूं उपदेश देण वास्ते सतगुरु जी ने जिंदगी दे हर पक्ष नूं रोशन करन वास्ते दुनिया दा हर तरीका वरतिया है समझाउण वास्ते। साहिब श्री गुरु ग्रंथ साहिब महाराज की बाणी सानू 12 महीनों द्वारा आत्मक उपदेश बख्शिश करती है। 15 थित्तां द्वारा 7 12 द्वारा धरती अते आकाश समुद्रां दीआं उदाहरणां दे के 84 लाख जीवां दे नां लैके जिक्र करके कि मनुख दी समझण दी आपो अपनी बिरती हुंदी है कि असी किसी न किसी तरीके उस निरंकार परमात्मा की बात समझ जाइए, क्योंकि वो पारब्रह्म परमेश्वर जो अदृष्ट है, जो इस संसार दे पिछे इहदा आसरा बनया होया है। संसार सानू दिसदा है, उहदी समझ पैंदी है, परमात्मा सानू दिसदा नहीं। इस करके परमात्मा दे मतलब समझाउण वास्ते बहुत अवतारां ने सतगुरां ने दृष्टांत दिते हैं, जो ज्ञान बख्शिश किया है। साहिब श्री गुरु ग्रंथ साहिब महाराज जी की विशाल बाणी इन्ना कुछ परमात्मा बारे कहण तो बाद भी अखीर ते जदों भोग पाए जाते हैं तो यही वचन आउंदे हैं, तेरा कीता जातो नाही मैनू जो कितोई। इन्ना कुछ कहण तो बाद भी ये आख्या जाता है कि परमात्मा तेरे बारे कुछ कहा नहीं जा सकता। जे हों जाना आखा नाही, कहना कथन न जाई।
ਅੱਜ ਜੋ ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤੇ ਹਨ ਆਪਾਂ ਨੂੰ ਵਿਚਾਰਨ ਵਾਸਤੇ, ਇੱਥੇ ਅੱਜ ਛਿੰਝ ਮੇਲੇ ਦਾ ਇੱਕ ਜ਼ਿਕਰ ਕਰਕੇ, ਛਿੰਝ ਮੇਲੇ ਦਾ ਅਲੰਕਾਰ ਬਣਾ ਕੇ ਸਾਨੂੰ ਇਸ ਮਨੁੱਖੀ ਜਨਮ ਦੀ ਬਾਜੀ ਜਿੱਤਣ ਵਾਸਤੇ ਉਪਦੇਸ਼ ਕਰਦੇ ਹਨ ਕਿ ਕਿਸ ਤਰੀਕੇ ਦੇ ਨਾਲ ਅਸੀਂ ਮਾਨਸ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਣਾ ਹੈ। ਜਿਵੇਂ ਅਸੀਂ ਵੇਖਦੇ ਹਾਂ ਕਿ ਛਿੰਝ ਮੇਲੇ ਦਾ ਦ੍ਰਿਸ਼ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖਣ ਆਉਂਦੇ ਹਨ। ਪਹਿਲਵਾਨ ਅਖਾੜੇ ਵਿੱਚ ਪ੍ਰਵੇਸ਼ ਹੁੰਦੇ ਹਨ, ਉੱਥੇ ਟਮਕ ਵਜਾਏ ਜਾਂਦੇ ਹਨ, ਸ਼ਹਿਨਾਈਆਂ ਵਜਾਈਆਂ ਜਾਂਦੀਆਂ, ਢੋਲ ਢਮੱਕੇ ਵੱਜਦੇ ਹਨ। ਦੇਖਣ ਵਾਲੇ ਲੋਕਾਂ ਦੀ ਬਹੁਤ ਵੱਡੀ ਭੀੜ ਹੁੰਦੀ ਹੈ। ਪਹਿਲਵਾਨ ਜਿਨ੍ਹਾਂ ਨੇ ਕੁਸ਼ਤੀ ਜਿੱਤਣ ਵਾਸਤੇ ਬਹੁਤ ਵੱਡੀ ਸਿੱਖਿਆ ਲਈ ਹੁੰਦੀ ਹੈ, ਪਰ ਫਿਰ ਵੀ ਕੁਝ ਹਾਰ ਜਾਂਦੇ ਹਨ, ਕੁਝ ਜਿੱਤ ਜਾਂਦੇ ਹਨ। ਉਸ ਕੁਸ਼ਤੀ ਦੀ ਹਾਰ ਅਤੇ ਜਿੱਤ ਨੂੰ ਅਲੰਕਾਰ ਬਣਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੀ ਜ਼ਿੰਦਗੀ ਦੀ ਬਾਜੀ ਜਿੱਤਣ ਵਾਸਤੇ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ, ਅੱਜ ਕੁਝ ਸਮੇਂ ਵਾਸਤੇ ਆਪਾਂ ਆਓ ਵਿਚਾਰੀਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਹੋਂ ਗੁਸਾਈਂ ਦਾ ਪਹਿਲਵਾਨੜਾ। ਸਤਿਗੁਰੂ ਜੀ ਵਚਨ ਕਰਦੇ ਹਨ ਕਿ ਮੈਂ ਆਪਣੇ ਮਾਲਕ ਦਾ ਬਹੁਤ ਛੋਟਾ ਜਿਹਾ ਪਹਿਲਵਾਨ ਹਾਂ। ਮੈਂ ਗੁਰ ਮਿਲ ਉੱਚ ਦੁਮਾਲੜਾ। ਮੈਂ ਗੁਰੂ ਨਾਲ ਮਿਲ ਕੇ, ਭਾਵ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦਾ ਗਿਆਨ ਲੈ ਕੇ ਉੱਚੇ ਦੁਮਾਲੇ ਵਾਲਾ ਹੋ ਗਿਆ ਹਾਂ। ਜਿਵੇਂ ਛਿੰਝ ਮੇਲੇ ਵਿੱਚ ਜੋ ਪਟਕੇ ਦੀ ਕੁਸ਼ਤੀ ਹੁੰਦੀ ਹੈ, ਉਹ ਝੰਡੀ ਵਾਲੀ ਕੁਸ਼ਤੀ, ਉਹਦਾ ਜਿਹੜਾ ਦੁਪੱਟਾ ਹੈ ਉੱਚਾ ਕਰਕੇ ਦਿਖਾਇਆ ਜਾਂਦਾ ਹੈ ਸਾਰਿਆਂ ਨੂੰ ਕਿ ਇਸ ਪਹਿਲਵਾਨ ਨੇ ਇਹ ਸਰੂਪਾ ਪ੍ਰਾਪਤ ਕੀਤਾ ਹੈ ਜੋ ਸਭ ਤੋਂ ਸ਼੍ਰੋਮਣੀ ਹੈ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਜਗਿਆਸੂ ਆਪਣੇ ਆਪ ਨੂੰ ਬਹੁਤ ਨਾਚੀਜ਼ ਸਮਝੇ ਕਿ ਮੈਂ ਕੁਝ ਵੀ ਨਹੀਂ ਹਾਂ, ਨਿਮਾਣਾ ਸਮਝੇ, ਤੇ ਆਪਣੇ ਗੁਰੂ ਤੋਂ ਸਿੱਖਿਆ ਲੈਣ ਦਾ ਯਤਨ ਕਰੇ। ਜਦੋਂ ਗੁਰੂ ਦਾ ਗਿਆਨ ਮਿਲ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਫਿਰ ਉੱਚੇ ਦੁਮਾਲੇ ਵਾਲਾ ਹੋ ਜਾਂਦਾ, ਉਹਦੀ ਸ਼ੋਭਾ ਜਿਹੜੀ ਉੱਚੀ ਹੋ ਜਾਂਦੀ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਪਰਮਾਤਮਾ ਵੱਡਾ ਹੈ, ਅਸੀਂ ਸਾਰੇ ਜੀਵ ਬਹੁਤ ਛੋਟੇ ਹਾਂ, ਪਰ ਪਰਮਾਤਮਾ ਨਾਲ ਜੁੜ ਕੇ ਅਸੀਂ ਵੀ ਵੱਡੇ ਹੋ ਸਕਦੇ ਹਾਂ। ਇਹ ਪਰਮਾਤਮਾ ਦੀ ਵਿਲੱਖਣਤਾ ਹੈ, ਇਹ ਪਰਮਾਤਮਾ ਦੀ ਵਡਿਆਈ ਹੈ ਕਿ ਜਿਹੜਾ ਵੀ ਉਹਦੇ ਨਾਲ ਜੁੜ ਗਿਆ ਉਹਨੂੰ ਆਪਣੇ ਜੈਸਾ ਕਰ ਲੈਂਦਾ ਹੈ, ਆਪਣੇ ਵਰਗਾ ਬਣਾ ਲੈਂਦਾ, ਆਪਣੇ ਵਰਗਾ ਸੁਭਾਅ ਦੇ ਦਿੰਦਾ ਹੈ। ਤੇ ਮਹਾਰਾਜ ਕਹਿੰਦੇ ਸਭ ਹੋਈ ਛਿੰਝ ਇਕੱਠੀਆ, ਦੇ ਬੈਠਾ ਵੇਖੈ ਆਪ ਜੀਓ। ਇਹ ਸਾਰੀ ਦੁਨੀਆ ਦੇ ਜੀਵ ਇਹ ਸੰਸਾਰ ਰੂਪੀ ਛਿੰਝ ਮੇਲੇ ਵਿੱਚ ਇਕੱਠੇ ਹੋਏ ਹਨ, ਆਪੋ ਆਪਣੀਆਂ ਕੁਸ਼ਤੀਆਂ ਲੜ ਰਹੇ ਹਨ। ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਸੰਘਰਸ਼ ਹੁੰਦਾ ਹੈ, ਬਹੁਤ ਵੱਡਾ ਘੋਲ ਹੁੰਦਾ ਹੈ। ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਆਪੋ ਆਪਣਾ ਇੱਕ ਵਿਲੱਖਣ ਹੀ ਨਾਟਕ ਬਣ ਜਾਂਦਾ ਹੈ, ਇੱਕ ਵਿਲੱਖਣ ਹੀ ਕਹਾਣੀ ਬਣ ਜਾਂਦੀ ਹੈ, ਸੰਘਰਸ਼ ਬਣ ਜਾਂਦਾ ਹੈ। ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਨਾਲ ਘੋਲ ਕਰ ਰਹੇ ਹਾਂ। ਮਹਾਰਾਜ ਕਹਿੰਦੇ ਸਭ ਹੋਈ ਛਿੰਝ ਇਕੱਠੀ ਆ। ਇਹ ਸੰਸਾਰ ਦੇ ਜੀਵ ਛਿੰਝ ਮੇਲੇ ਵਿੱਚ ਇਕੱਠੇ ਹੋਏ ਹਨ। ਸੰਸਾਰ ਵਿੱਚ ਪਰਮਾਤਮਾ ਪ੍ਰੇਰਕ ਹੋ ਕੇ ਜੋ ਸਾਰਿਆਂ ਦੇ ਅੰਦਰ ਵਸਦਾ ਹੈ, ਸਾਰਿਆਂ ਨੂੰ ਦੇਖਦਾ ਹੈ, ਸਾਰਿਆਂ ਨੂੰ ਸੰਭਾਲਦਾ ਹੈ। ਮਹਾਰਾਜ ਕਹਿੰਦੇ ਉਹ ਸਾਰਿਆਂ ਦੇ ਵਿੱਚ ਵਿਰਾਜਮਾਨ ਹੋ ਕੇ ਸਾਰੇ ਜੀਵਾਂ ਦੀ ਕਰਨੀ ਨੂੰ ਦੇਖ ਰਿਹਾ ਹੈ। ਬਾਤ ਵਜਨ ਟਮਕ ਭੇਰੀਆ, ਮਲ ਲੱਥੇ ਲੈਂਦੇ ਫੇਰੀਆ। ਛਿੰਝ ਮੇਲੇ ਦਾ ਕੀ ਦ੍ਰਿਸ਼ ਹੁੰਦਾ ਹੈ ਕਿ ਉੱਥੇ ਜੋ ਮੂੰਹ ਦੀ ਹਵਾ ਦੇ ਨਾਲ ਸਾਜ਼ ਵਜਾਉਣ, ਜੋ ਵਾਜੇ ਵਜਾਏ ਜਾਂਦੇ ਹਨ, ਟਮਕ ਵਜਾਏ ਜਾਂਦੇ, ਢੋਲ ਢਮੱਕੇ ਵੱਜਦੇ ਹਨ, ਅਤੇ ਉਹ
ਟਮਕ ਦੀ ਆਵਾਜ਼ ਨਾਲ, ਢੋਲ ਦੀ ਆਵਾਜ਼ ਨਾਲ ਜੋ ਪਹਿਲਵਾਨਾਂ ਦੇ ਅੰਦਰ ਕੁਸ਼ਤੀ ਲੜਨ ਦਾ ਜੋਸ਼ ਪੈਦਾ ਹੁੰਦਾ ਹੈ, ਤੇ ਉਹ ਜਿਹੜੇ ਮੱਲ ਹਨ, ਪਹਿਲਵਾਨ ਹਨ, ਉਹ ਅਖਾੜੇ ਦੀਆਂ ਫੇਰੀਆਂ ਲੈਂਦੇ ਹਨ ਕਿ ਮੈਂ ਆਪਣੇ ਉਸਤਾਦ ਦੇ ਦੱਸੇ ਹੋਏ ਸਿੱਖਿਆ ਦੇ ਮੁਤਾਬਕ ਜਿੱਤ ਪ੍ਰਾਪਤ ਕਰਾਂਗਾ। ਇਸੇ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਇਹ ਜਿਹੜਾ ਸੰਸਾਰ ਹੈ, ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਇਹ ਜੀਵ ਇੱਕ ਹੈ, ਇਹਨੂੰ ਹਰ ਪੱਖ ਤੋਂ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ। ਕਿਤੇ ਮਾਇਆ ਦਾ ਸ਼ੋਰ ਸ਼ਰਾਬਾ ਹੈ, ਕਿਤੇ ਪਦਾਰਥਾਂ ਦੀ ਖਿੱਚ ਹੈ, ਕਿਤੇ ਪੰਜਾਂ ਵਿਕਾਰਾਂ ਦਾ ਝਗੜਾ ਹੈ। ਹਰ ਪਾਸੇ ਤੋਂ ਆਵਾਜ਼ਾਂ ਆ ਰਹੀਆਂ ਹਨ। ਇਹ ਜੀਵ ਇੱਕ ਹੈ। ਜੇ ਗੁਰੂ ਦੀ ਥਾਪੀ ਮਿਲ ਜਾਏ, ਗੁਰੂ ਦਾ ਉਪਦੇਸ਼ ਮਿਲ ਜਾਏ, ਤਾਂ ਇਹਦੀ ਜਿੱਤ ਹੋ ਸਕਦੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ, ਨਿਹੱਤੇ ਪੰਜ ਜੁਆਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਬਾਹਰ ਇੱਕ ਪਹਿਲਵਾਨ ਦੀ ਕੁਸ਼ਤੀ ਇੱਕ ਨਾਲ ਹੁੰਦੀ ਹੈ। ਜੋ ਸਾਡਾ ਅੰਦਰਲਾ ਜੀਵਨ ਹੈ, ਸਾਡੀ ਸੁਰਤੀ, ਸਾਡੀ ਆਤਮਾ ਇੱਕ ਹੈ, ਵਿਵੇਕ ਇੱਕ ਹੈ। ਉਹਨੇ ਪੰਜਾਂ ਵਿਕਾਰਾਂ ਦੇ ਨਾਲ ਲੜਨਾ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿਹੜਾ ਜਗਿਆਸੂ ਗੁਰੂ ਦੇ ਲੜ ਲੱਗ ਜਾਂਦਾ ਹੈ, ਆਪਣਾ ਆਪ ਗੁਰੂ ਦੇ ਸਮਰਪਿਤ ਕਰ ਦਿੰਦਾ ਹੈ, ਗੁਰੂ ਕੀ ਕਰਦਾ ਹੈ? ਗੁਰ ਥਾਪੀ ਦਿੱਤੀ ਕੰਡ ਜੀਓ। ਉਹਦੇ ਕੰਡ ਦੇ ਉੱਪਰ ਆਪਣੇ ਗਿਆਨ ਦੀ ਥਾਪੀ ਦੇ ਕੇ, ਉਪਦੇਸ਼ ਦੀ ਥਾਪੀ ਦੇ ਕੇ ਉਹਨੂੰ ਅੰਦਰੋਂ ਬਹੁਤ ਬਲਵਾਨ ਕਰ ਦਿੱਤਾ ਹੈ, ਸੂਰਮਾ ਬਣਾ ਦਿੱਤਾ ਹੈ ਕਿ ਪੰਜਾਂ ਵਿਕਾਰਾਂ ਦੇ ਨਾਲ ਉਹ ਲੜ ਸਕਦਾ ਹੈ। ਸਭ ਇਕੱਠੇ ਹੋਏ ਆਇਆ, ਘਰ ਜਾਸਨ ਬਾਟ ਬਿਟਾਇਆ। ਇਹ ਜਿੰਨੇ ਵੀ ਜੀਵ ਸੰਸਾਰ ਰੂਪੀ ਛਿੰਝ ਮੇਲੇ ਦੇ ਵਿੱਚ ਆਪੋ ਆਪਣਾ ਰੋਲ ਅਦਾ ਕਰਨ ਵਾਸਤੇ ਆਏ ਹਨ। ਅਸੀਂ ਕਿੰਨੇ ਲੱਖਾਂ ਕਰੋੜਾਂ ਜੀਵ ਇਕੱਠੇ ਹੀ ਜ਼ਿੰਦਗੀਆਂ ਭੋਗ ਰਹੇ ਹਾਂ। ਇਸ ਸੰਸਾਰ ਤੇ ਆਏ ਹਾਂ, ਅੱਜ ਮਾਨਸ ਦੇਹੀ ਵਿੱਚ ਹਾਂ, ਪਰ ਮਾਨਸ ਦੇਹੀ ਤੋਂ ਬਾਅਦ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਹੜੇ ਮਨੁੱਖ ਨੇ ਰੱਬ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਰੱਬ ਦਾ ਰੂਪ ਹੋ ਜਾਣਾ ਹੈ, ਕਿਹਨੂੰ ਮੁਕਤੀ ਪ੍ਰਾਪਤ ਹੋ ਜਾਣੀ ਹੈ ਅਤੇ ਕਿਹਨੇ ਵਿੱਚ ਨਰਕਾਂ ਵਿੱਚ ਪੈ ਜਾਣਾ ਹੈ। ਘਰ ਜਾਸਨ ਬਾਟ ਬਿਟਾਇਆ। ਮਰਨ ਤੋਂ ਬਾਅਦ ਜਿਹੜੀ ਵਾਪਸੀ ਹੋਣੀ ਹੈ, ਇਹਦਾ ਕਿਸੇ ਨੂੰ ਪਤਾ ਨਹੀਂ ਕਿ ਰਸਤਾ ਆਉਣ ਦਾ ਰਸਤਾ ਕੀ ਸੀ ਤੇ ਜਾਣ ਦਾ ਰਸਤਾ ਕੀ ਹੋਏਗਾ। ਅਸੀਂ ਸਵਾਸਾਂ ਰੂਪੀ ਪੂੰਜੀ ਲੈ ਕੇ ਆਏ ਸੀ ਤੇ ਜਾਣ ਵੇਲੇ ਸਾਡੇ ਹੱਥ ਵਿੱਚ ਕੀ ਹੋਏਗਾ, ਇਹ ਸਾਨੂੰ ਪਤਾ ਨਹੀਂ। ਮਹਾਰਾਜ ਬਚਨ ਕਰਦੇ ਹਨ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਉਹ ਪਿਆਰੇ, ਉਹ ਜਗਿਆਸੂ ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਗੁਰੂ ਦਾ ਉਪਦੇਸ਼ ਲੈ ਕੇ ਗੁਰਮੁਖ ਬਣ ਗਏ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਲਾਹਾ ਪ੍ਰਾਪਤ ਕੀਤਾ। ਜੋ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਭਲੇ ਦੇ, ਸੇਵਾ ਦੇ, ਪਰਉਪਕਾਰ ਦੇ ਕਾਰਜ ਕਰਵਾਏ, ਉਹਨਾਂ ਗੁਰਮੁਖਾਂ ਨੇ ਕੀਤੇ। ਅਤੇ ਜਿਨ੍ਹਾਂ ਵਿਕਾਰਾਂ ਤੋਂ, ਜਿਨ੍ਹਾਂ ਕੁਰੀਤੀਆਂ ਤੋਂ, ਜਿਹੜੀਆਂ ਮਨਮੁਖਤਾਈਆਂ ਤੋਂ ਗੁਰੂ ਨੇ ਵਰਜਿਆ, ਉੱਥੋਂ ਰੁਕ ਗਏ। ਇਸ ਕਰਕੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਲਈ, ਉਹ ਲਾਹਾ ਲੈ ਗਏ, ਆਪਣੇ ਸਵਾਸਾਂ ਨੂੰ ਸਫਲ ਕਰ ਗਏ, ਜ਼ਿੰਦਗੀ ਦੀ ਬਾਜੀ ਜਿੱਤ ਗਏ। ਤੇ ਜਿਹੜੇ ਮਨਮੁਖ ਸੀ, ਆਪਣੇ ਮਨ ਦੇ ਮਗਰ ਲੱਗਣ ਵਾਲੇ, ਆਪਣੇ ਮਨ ਦੇ ਮਗਰ ਚੱਲ ਕੇ ਆਪਣੇ ਸਵਾਸ ਵੀ ਬਿਰਥੇ ਕੀਤੇ, ਆਪਣਾ ਜਨਮ ਬਿਰਥਾ ਕਰ ਲਿਆ, ਚੱਲੇ ਮੂਲ ਗਵਾਏ ਜੀਓ। ਜਿਹੜਾ ਉਹਨਾਂ ਨੂੰ ਮੂਲ ਸਵਾਸ ਮਿਲੇ ਸੀ, ਇਹ ਜੀਵਨ ਜੋਤੀ ਮਿਲੀ ਸੀ, ਇਹ ਮਾਨਸ ਦੇਹੀ ਮਿਲੀ ਸੀ, ਇਹ ਵੀ ਵਿਅਰਥ ਗਵਾ ਕੇ ਚਲੇ ਗਏ। ਤੂੰ ਬਰਨਾ ਚਿਹਨਾ ਬਾਹਰਾ, ਹਰ ਦਿਸੈ ਹਾਜ਼ਰ ਜਾਹਰਾ। ਹੇ ਪਰਿਪੂਰਨ ਪਰਮਾਤਮਾ, ਤੂੰ ਕਿਸੇ ਵਰਨ ਵਿੱਚ ਨਹੀਂ ਆਉਂਦਾ, ਕਿਸੇ ਚਿੰਨ੍ਹ ਵਿੱਚ ਨਹੀਂ ਆਉਂਦਾ, ਕਿਸੇ ਮਜ਼ਹਬ ਵਿੱਚ ਨਹੀਂ ਆਉਂਦਾ। ਤੂੰ ਅਮਜ਼ਹਬ ਹੈ, ਤੂੰ ਕਹਿਣ ਕਥਨ ਤੋਂ ਬਾਹਰ ਹੈ। ਹਰ ਦਿਸੈ ਹਾਜ਼ਰ ਜਾਹਰਾ, ਤੂੰ ਜ਼ਾਹਰ ਹੈ, ਹਾਜ਼ਰ ਨਾਜ਼ਰ ਦਿਸਦਾ ਹੈ।
क्योंकि सबह कट राम बोले, रामा बोले, राम बिना को बोले रे। सब गोबिंद है, सब गोबिंद है, गोबिंद बिन नहीं कोई। इस संसार दे विच जदों किसी दी सुरत टिक जाती है, शांत हो जाती सुरती, तो उन्होंने सारिਆਂ विच ब्रह्म दिसदा है। सुन सुन तुझे त्याइंदे, तेरे भगत रते गुणतास जियो। जिन्ने भी जग्यासू हैं, जिन्हां ने तेरे गुण सुने, सतसंगत च आके तेरी महिमा सुनी, उन्होंने आप जी नूं ध्याना कीता। तेरे भगत रते गुणतास जियो, जिहड़े तेरे भगत हैं, जो गुणा का खजाना परमेश्वर है, वो तेरे विच सच्चे पातशाह जी रते तदाकार होए, एक रस तेरे नाल मिले हुए हैं। दिन रात तेरी महिमा दे विच भगती विच लीन हैं। मैं जुग जुग दै सेवड़ी, हे मेरे मालक, ये मेरी मंग है, मेरी अरदास है कि जुगां जुगां तक मैनू बार बार अपने प्यारिਆਂ ਦੇ चरनां ਦੀ सेवा, अपनी बंदगी बख्श, मेहर कर सच्चे पातशाह। वो गुरु की सेवा असी करिए जिस गुरु ने गुर कट्टी महंडी जेवड़ी, जिस गुरु ने साडी बाशना रूपी जिहड़ी जेवड़ी सी रस्सी वो कट दिती। जिस बाशना ने सानू जन्मां दे विच जूनां विच पाया होया सी, उस गुरु का असी सिमरन करिए, उस गुरु की असी सेवा करिए। जदों भी असी इस धरती ते मानस देही विच आईए, सानू गुरु की सेवा प्राप्त होवे। जिस गुरु ने साडी तृष्णा अगन प्रभ आप बुझाई, नानक उधरे प्रभ सरनाई। साडी तृष्णा, साडी बाशना नूं शांत कीता, साडी जिहड़ी बाशना रूपी जीवड़ी नूं कट दिता है। हों बहुड़ छिंज ना नचूं, नानक अवसर लद्दा भाल जियो। हे मेरे मालक, इस संसार रूपी छिंज मेले ते मैनू दोबारा आके नचना ना पवे, भाव दोबारा जिंदगी का घोल ना करना पवे। ये जो आप जी ने मानस देही दे सवास ये मौका बख्शिश किया है, आप जी ने सानू जनाया है कि गोबिंद मिलन की तेरी वरिया। ये मानस देही साडी रब दे मिलन दी वारी है। इसे वारी में सानू परमात्मा मिल जाए, साडा जन्म साडा जीवन सफला हो जाए। इन्हां बचनां विच गुरु अर्जन देव महाराज जी छिंज मेले का जिक्र करके साडी आत्मक तरक्की वास्ते उपदेश बख्शिश करते हैं कि किवें असीं जिंदगी की बाजी जितनी है। दो इतिहासक घटनावां बेनतियां करके आपां समाप्ति करांगे कि जो छिंज मेले का जिक्र सिर्फ गुरबाणी विच ही नहीं आया, गुरु अंगद देव महाराज जी ने आप अपनी जिंदगी दे विच नौजवान बच्चों नूं इकट्ठे करके उन्हां दीयां कुश्तियां कराइयां, उन्हां दे अंदर चंगी सेहत बनाउण वास्ते शौक पैदा किया। महाराज दोपहरों बाद अज जिथे मल अखाड़ा गुरुद्वारा साहिब सुभाईमान है, उस स्थान ते बच्चों नूं इकट्ठे करके उन्हां दीयां कुश्तियां करवाउंदे, जेतूआं नूं इनाम दिंदे। बच्चों के अंदर लगन लगी रहे, उन्होंने मिठाई, उन्होंने गुड़ आदिक का प्रसाद दिंदे। ये गुरु अंगद देव महाराज की देन है कि उन्होंने छिंज मेले जो कुश्तियां वास्ते बच्चों को तैयार किया है। उस तो बाद छेवें पातशाह मीरी पीरी के मालक श्री गुरु हरगोबिंद पातशाह जी ने उन्होंने भी बच्चों दीयां कुश्तियां कराइयां, अपने गुरसिखां नूं शस्त्र चलाने सिखाए, घोड़ सवारी, तीर अंदाजी सिखाई। छेवें पातशाह ने भी कुश्तियां कराइयां। 10वें पातशाह ने पौंटा साहिब कुश्तियां कराइयां। साडे गुरुआं दा इतिहास है। साध संगत इत्थे विचारन वाली गल यह है कि अज सारी दुनिया में छिंज मेले करवाए जाते हैं। पंजाब की धरती ते भी बहुत छिंज मेले हुंदे हन, पर पीर दे नां दा छिंज मेला हुंदा वेखिया होएगा, पर किसी सतगुरु के नां का किसी ने छिंज मेला करवाया होवे ऐसा देखण विच नहीं आया। आखो सतनाम श्री वाहिगुरू।
ਕਿੱਡਾ ਵੱਡਾ ਵਿਸ਼ਾਲ ਖਾਲਸਾ ਪੰਥ ਹੈ, ਕਿੱਡੀਆਂ ਕਿੱਡੀਆਂ ਵੱਡੀਆਂ ਜਥੇਬੰਦੀਆਂ ਹਨ। ਆਪਾਂ ਜੇ ਧਿਆਨ ਨਾਲ ਦੇਖੀਏ ਤਾਂ ਜੋ ਗੁਰੂਆਂ ਨੇ ਇਹ ਸਾਡੇ ਤੇ ਪਰਉਪਕਾਰ ਕੀਤੇ, ਉਹਨੂੰ ਬਰਕਰਾਰ ਰੱਖਣਾ ਕੋਈ ਔਖਾ ਨਹੀਂ ਹੈ। ਜਦੋਂ ਕਿਸੇ ਪੀਰ ਨੂੰ ਮੰਨਣ ਵਾਲੇ ਐਡੇ ਵੱਡੇ ਖਰਚੇ ਕਰਕੇ ਉਹਨਾਂ ਦੇ ਨਾਂ ਦੇ ਛਿੰਝ ਮੇਲੇ ਕਰਵਾ ਸਕਦੇ ਹਨ, ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 10 ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਜਿਹਨੂੰ ਸਾਰੀ ਦੁਨੀਆ ਮੰਨਦੀ ਹੈ, ਇਹਨਾਂ ਦੇ ਨਾਂ ਦੇ ਮੇਲੇ ਵੀ ਹੋਣੇ ਚਾਹੀਦੇ ਹਨ। ਕਿ ਅੱਜ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੱਲ ਅਖਾੜੇ ਦੇ ਪਹਿਲਵਾਨ ਕੁਸ਼ਤੀਆਂ ਲੜਨ, ਅੱਜ ਵੀ ਉਹਨਾਂ ਦੇ ਨਾਂ ਦੀਆਂ ਛਿੰਝਾਂ ਪਵਾਈਆਂ ਜਾਣ। ਕਿੱਡਾ ਵੱਡਾ ਸਿੱਖ ਜਗਤ ਹੈ। ਪਰ ਜਦੋਂ ਅਸੀਂ ਸਿੱਖ ਜਗਤ ਦੇ ਵਿੱਚ ਛਿੰਝ ਮੇਲਾ ਨਹੀਂ ਕਰਵਾਉਂਦੇ, ਕਿਉਂਕਿ ਬਖਸ਼ਿਸ਼ ਹੈ ਸਿੱਖਾਂ ਤੇ, ਉਹ ਆਪਣਾ ਦਸਵੰਧ ਜ਼ਰੂਰ ਕੱਢਦੇ ਹਨ, ਪਰ ਜਿਹੜੇ ਪੀਰਾਂ ਦਾ ਛਿੰਝ ਮੇਲਾ ਕਰਵਾਉਂਦੇ ਹਨ, ਉਹ ਆ ਕੇ ਉਹਨਾਂ ਤੋਂ ਦਸਵੰਧ ਲੈ ਕੇ ਛਿੰਝ ਮੇਲਾ ਕਰਵਾ ਲੈਂਦੇ ਹਨ। ਜਦੋਂ ਕਿ ਜਿਨ੍ਹਾਂ ਨੇ ਕਿਰਤ ਕਮਾਈ ਕੀਤੀ, ਉਹ ਆਪਣੇ ਗੁਰੂ ਦਾ ਛਿੰਝ ਮੇਲਾ ਨਾ ਕਰਵਾ ਸਕੇ। ਜਦੋਂ ਕਿ ਤਿੰਨਾਂ ਗੁਰੂਆਂ ਦਾ ਇਤਿਹਾਸ ਮਿਲਦਾ ਹੈ ਕਿ ਉਹਨਾਂ ਨੇ ਨੌਜਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ। ਸਤਿਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੈ ਕਿ ਜੋ ਜੋ ਵੀ ਮਹਾਰਾਜ ਜੀ ਨੇ ਪਰਉਪਕਾਰ ਕੀਤੇ, ਉਹਨਾਂ ਵਿੱਚੋਂ ਬਹੁਤੇ ਬਰਕਰਾਰ ਹਨ। ਜੋ ਸਤਿਗੁਰਾਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਕੀਰਤਨ ਦੀ ਮਰਜ਼ਾਦਾ ਚਲਾਈ, ਉਹ ਅੱਜ ਵੀ ਚੱਲ ਰਹੀ ਹੈ। ਗੁਰੂ ਰਾਮਦਾਸ ਦੇ ਦਰ ਤੇ ਲੰਗਰ ਦੀ ਮਰਜ਼ਾਦਾ ਚੱਲੀ, ਅੱਜ ਵੀ ਬਹੁਤ ਚੜ੍ਹਦੀ ਕਲਾ ਦੇ ਨਾਲ ਚੱਲ ਰਹੀ ਹੈ। 10ਵੇਂ ਪਾਤਸ਼ਾਹ ਨੇ ਹੋਲੇ ਮਹੱਲੇ ਦੀ ਜੋ ਮਰਜ਼ਾਦਾ ਚਲਾਈ, ਉਹ ਅੱਜ ਵੀ ਚੱਲ ਰਹੀ। ਬਹੁਤ ਵੱਡੇ ਪੱਧਰ ਤੇ ਹੋਲੇ ਮਹੱਲੇ ਦਾ ਪੁਰਬ ਹੁੰਦਾ ਹੈ। ਸੋ ਕਾਰ ਸੇਵਾ ਚੱਲ ਰਹੀ, ਇਮਾਰਤਾਂ ਬਣ ਰਹੀਆਂ, ਸਰਾਵਾਂ ਬਣ ਰਹੀਆਂ, ਬਹੁਤ ਪਰਉਪਕਾਰ ਦੇ ਕਾਰਜ, ਵਿਦਿਅਕ ਅਦਾਰੇ, ਹਸਪਤਾਲ ਚੱਲ ਰਹੇ ਹਨ। ਪਰ ਇਹ ਜੋ ਛਿੰਝ ਮੇਲੇ ਦਾ ਕਾਰਜ ਹੈ, ਗੁਰੂ ਅੰਗਦ ਦੇਵ ਜੀ ਨੇ ਕੁਸ਼ਤੀਆਂ ਕਰਾਈਆਂ, ਉਹਨਾਂ ਦੇ ਨਾਂ ਤੇ ਛਿੰਝ ਮੇਲੇ ਹੋਣੇ ਵੀ ਬਹੁਤ ਜ਼ਰੂਰੀ ਹਨ। ਜੋ ਆਪਾਂ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਾਂ, ਆਪਾਂ ਜੇ ਛਿੰਝ ਮੇਲਾ ਕਰਵਾਉਣਾ ਤਾਂ ਆਪਣੇ ਗੁਰੂ ਦੇ ਨਾਂ ਦਾ ਕਰਵਾਈਏ, ਜਿਹਦੇ ਵਿੱਚ ਗੁਰੂ ਦੀ ਵਡਿਆਈ ਹੋਵੇ। ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਨੂੰ ਵਡਾਵਾ ਦੇਣਾ, ਇਹ ਕੋਈ ਬਹੁਤੀ ਵੱਡੀ ਸਿਆਣਪ ਨਹੀਂ ਹੈ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸੰਪਰਦਾਵਾਂ, ਸਾਰੇ ਗੁਰਮੁਖਾਂ, ਮਹਾਂਪੁਰਖਾਂ, ਜਥੇਬੰਦੀਆਂ ਨੂੰ ਇਹ ਬੇਨਤੀ ਕਰਦਾ ਹੈ ਕਿ ਆਪਾਂ ਗੁਰੂ ਦਾ ਇਹ ਪਰਉਪਕਾਰ, ਜੋ ਸਾਡੀ ਸਿਹਤ ਨੂੰ ਠੀਕ ਰੱਖਣ ਵਾਸਤੇ ਮਹਾਰਾਜ ਨੇ ਕੁਸ਼ਤੀਆਂ ਦਾ ਆਰੰਭ ਕਰਵਾਇਆ, ਅੱਜ ਵੀ ਉਹਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੀਏ। ਕਿ ਅਸੀਂ ਆਪਣਾ ਦਸਵੰਧ ਕਿਸੇ ਹੋਰ ਨੂੰ ਦੇਣ ਦੀ ਬਜਾਏ ਆਪ ਗੁਰੂਆਂ ਦੇ ਨਾਂ ਦੇ ਛਿੰਝ ਮੇਲੇ ਕਰਵਾਈਏ, ਗੁਰੂਆਂ ਦੇ ਨਾਂ ਤੇ ਅਖਾੜੇ ਬਣਾਈਏ, ਜਿੱਥੇ ਸਾਡੇ ਨੌਜਵਾਨ ਬੱਚੇ ਕੁਸ਼ਤੀਆਂ ਦੀ ਜਾਚ ਸਿੱਖਣ। ਇੱਕ ਹੋਰ ਬੇਨਤੀ ਹੈ ਕਿ 7ਵੇਂ ਪਾਤਸ਼ਾਹ ਸ੍ਰੀ ਹਰਿਰਾਏ ਸਾਹਿਬ ਮਹਾਰਾਜ ਜੀ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡੇ ਪਰਉਪਕਾਰ ਕੀਤੇ। ਕੀਰਤਪੁਰ ਸਾਹਿਬ ਵਿਖੇ ਬਹੁਤ ਵੱਡਾ ਬਾਗ ਲਗਵਾਇਆ, ਤਰ੍ਹਾਂ ਤਰ੍ਹਾਂ ਦੇ ਉੱਥੇ ਫੁੱਲ, ਤਰ੍ਹਾਂ ਤਰ੍ਹਾਂ ਦੇ ਦਰਖਤ ਮਿਲਦੇ ਹਨ। ਤੇ ਉਸੇ ਬਾਗ ਦੇ ਵਿੱਚ ਇੱਕ ਬਹੁਤ ਵੱਡਾ ਦਵਾਖਾਨਾ ਖੋਲ੍ਹਿਆ ਸੀ, ਜਿਸ ਦਵਾਖਾਨੇ ਦਾ ਜ਼ਿਕਰ ਪੂਰੇ ਹਿੰਦੁਸਤਾਨ ਦੇ ਵਿੱਚ ਸੀ। ਸ਼ਾਹਜਹਾਨ ਦਾ ਬੇਟਾ ਦਾਰਾ ਸ਼ਿਕੋ ਬਿਮਾਰ ਹੋਇਆ, ਕਿਤੇ ਉਹਨੂੰ ਆਰਾਮ ਨਹੀਂ ਸੀ ਆ ਰਿਹਾ, ਤੇ ਵੈਦਾਂ ਨੇ ਇਹ ਗੱਲ ਆਖੀ ਸੀ ਕਿ ਕਿਸੇ ਖਾਸ ਵਜਨ ਦੇ ਲੌਂਗ, ਹਰੜ ਤੇ ਰਾਜ ਮੋਤੀ ਮਿਲ ਜਾਣ, ਇਸ ਦਾਰਾ ਸ਼ਿਕੋ ਨੂੰ ਠੀਕ ਕੀਤਾ ਜਾ ਸਕਦਾ ਹੈ। ਤੇ ਸਾਰੇ ਦੇਸ਼ ਵਿੱਚ ਭਾਲ ਹੋਈ ਸੀ। ਉਹ ਲੌਂਗ, ਉਹ ਹਰੜਾਂ ਅਤੇ ਰਾਜ ਮੋਤੀ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚਲਾਏ ਹੋਏ ਦਵਾਖਾਨੇ ਵਿੱਚੋਂ, ਕੀਰਤਪੁਰ ਸਾਹਿਬ ਵਿੱਚੋਂ ਮਿਲੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਅਸੀਂ ਉੱਥੇ ਵੀ ਵੇਖਿਆ ਹੈ ਕਿ ਜੋ ਮਹਾਰਾਜ ਜੀ ਨੇ ਦਵਾਖਾਨਾ ਚਲਾਇਆ ਸੀ, ਉੱਥੇ ਇੱਕ ਦਵਾ ਦੀ ਪੁੜੀ ਵੀ ਨਹੀਂ ਦਿੱਤੀ ਜਾਂਦੀ ਕਿ ਗੁਰੂ ਹਰਿਰਾਏ ਸਾਹਿਬ ਦੀ ਯਾਦ ਵਿੱਚ, ਕਿ ਆਹ ਪਰਉਪਕਾਰ ਉਹਨਾਂ ਦਾ ਅੱਜ ਵੀ ਚੱਲ ਰਿਹਾ ਹੈ। ਕੁਝ ਬਖਸ਼ਿਸ਼ਾਂ ਅਸੀਂ ਬਰਕਰਾਰ ਰੱਖੀਆਂ, ਸੇਵਾ ਨਿਭਾ ਰਹੇ ਹਾਂ ਜੋ ਗੁਰੂਆਂ ਨੇ ਬਖਸ਼ਿਸ਼ ਕੀਤੀਆਂ। ਕੁਝ ਅਸੀਂ ਵਿਸਾਰ ਦਿੱਤੀਆਂ ਹਨ, ਉਹਨਾਂ ਨੂੰ ਚੇਤੇ ਕਰਨ ਦੀ ਲੋੜ ਹੈ। ਜੋ ਸਤਿਗੁਰਾਂ ਨੇ ਪਰਉਪਕਾਰ ਸ਼ੁਰੂ ਕੀਤਾ ਸੀ, ਉਹਨੂੰ ਬਰਕਰਾਰ ਰੱਖਿਆ ਜਾਵੇ। ਅੱਜ ਵੀ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਂ ਦਾ ਦਵਾਖਾਨਾ ਚੱਲਣਾ ਚਾਹੀਦਾ ਹੈ, ਜਿਹਦੇ ਵਿੱਚ ਦੁਨੀਆ ਭਰ ਦੀਆਂ ਜੜੀਆਂ ਬੂਟੀਆਂ ਮਿਲ ਸਕਣ,
ਜਿੱਥੇ ਕਿਸੇ ਦਾ ਕੋਈ ਨਹੀਂ ਇਲਾਜ ਹੋ ਰਿਹਾ, ਉਹ ਜੜੀਆਂ ਬੂਟੀਆਂ ਦੁਆਰਾ ਸੰਗਤਾਂ ਦੇ ਰੋਗ ਠੀਕ ਕੀਤੇ ਜਾਣ ਅਤੇ ਗੁਰੂ ਹਰਿਰਾਏ ਸਾਹਿਬ ਦੀ ਯਾਦ ਤਾਜ਼ਾ ਰਹੇ ਕਿ ਉਹਨਾਂ ਨੇ ਰਾਜੇ ਮਹਾਰਾਜਿਆਂ ਨੂੰ ਵੀ ਜੜੀਆਂ ਬੂਟੀਆਂ ਦੇ ਕੇ ਅਰੋਗ ਕੀਤਾ ਸੀ, ਬਹੁਤ ਵੱਡਾ ਪਰਉਪਕਾਰ ਕੀਤਾ ਸੀ। ਜੇ ਇਹਦੇ ਵਿੱਚ ਸਿੱਖ ਪੰਥ ਜੋ ਹਰ ਪੱਖ ਤੋਂ ਤਰੱਕੀ ਕਰ ਰਿਹਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਹੈ, ਤੇ ਸਾਨੂੰ ਇਹ ਚਾਹੀਦਾ ਹੈ ਕਿ ਜੋ ਜੋ ਵੀ ਪਰਉਪਕਾਰ ਸਤਿਗੁਰਾਂ ਨੇ ਕੀਤੇ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ। ਇਹ ਦੋ ਬਚਨਾਂ ਵੱਲ ਦਾਸ ਦਾ ਬਹੁਤ ਦਿਨਾਂ ਤੋਂ ਧਿਆਨ ਸੀ। ਇੱਕ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜੋ ਮੱਲ ਅਖਾੜਾ ਰਚਿਆ ਕਿ ਗੁਰੂਆਂ ਦੇ ਨਾਂ ਦੇ ਮੱਲ ਅਖਾੜੇ ਚੱਲਣ, ਜਿੱਥੋਂ ਪਹਿਲਵਾਨ ਦੁਨੀਆ ਭਰ ਵਿੱਚ ਕੁਸ਼ਤੀਆਂ ਲੜਨ ਜਾਣ। ਦੂਸਰਾ, ਛਿੰਝ ਮੇਲੇ ਗੁਰੂਆਂ ਦੇ ਨਾਂ 'ਤੇ ਹੋਣ। ਅਤੇ ਤੀਸਰਾ, ਜੋ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਵਾਖਾਨਾ ਖੋਲ੍ਹਿਆ ਸੀ, ਉਹ ਵੀ ਬਰਕਰਾਰ ਰੱਖਿਆ ਜਾਵੇ, ਤਾਂ ਜੋ ਗੁਰੂ ਹਰਿਰਾਏ ਸਾਹਿਬ ਜੀ ਦੀ ਯਾਦ ਤਾਜ਼ਾ ਰਹੇ ਕਿ ਉਹਨਾਂ ਨੇ ਪਰਉਪਕਾਰ ਕੀਤੇ ਸੀ। ਇੰਨੀਆਂ ਕੁ ਬੇਨਤੀਆਂ ਕਰਦਾ ਦਾਸ ਫਤਿਹ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।